ਕਿਤੇ ਨਾ ਕਿਤੇ ਧੋਖਾ ਤਾਂ ਫਿਰ ਸਾਡੇ ਨਾਲ ਵੀ ਹੋਇਆ ਨਾ। ਮੈਂ ਸਰਦਾਰ ਲਾਲ ਸਿੰਘ ਜੀ ਨੂੰ ਪੁੱਛਣਾ ਚਾਹਨਾ ਕਿ ਇੰਨਾ ਸ਼ਰੀਫ ਮੁੰਡਾ ਜੰਮਿਆ ਕਿਵੇਂ, ਕਿ ਮੈਂ ਹੈਰਾਨ ਹਾਂ ਕਿ ਲੀਡਰਾਂ ਦੇ ਮੁੰਡੇ ਤਾਂ ਮਤਲਬ ਹੋ ਜਾਂਦੇ ਨੇ। ਮੈਂ ਤਾਂ ਅਪੀਲ ਇਹ ਕਰੂੰਗੀ ਕਿ ਜਿਹੜੀ ਚੀਜ਼ ਪਿਆਰ ਨਾਲ ਸੁਲਝਾ ਸਕਦੇ ਹੋ ਬੈਠ ਕੇ ਗੱਲ ਕਰਕੇ ਜਾਂ ਜੋ ਵੀ ਉੱਦਾਂ ਕਰ ਲਓ। ਬਲੇਮ ਗੇਮ 'ਚ ਨਾ ਪਾਓ, ਉਹਦਾ ਕੋਈ ਫਾਇਦਾ ਨਹੀਂ। ਸਾਡੇ ਐਕਚੁਅਲੀ ਡੀਐਨਏ 'ਚ ਕਾਂਗਰਸ ਹੈ। ਜਿਹੜਾ ਬੰਦਾ ਕਾਂਗਰਸ ਦੇ ਖਿਲਾਫ ਹੈ, ਮੇਰੇ ਦਾਦਾ ਜੀ ਉਸ ਬੰਦੇ ਦੇ ਖਿਲਾਫ ਹੈ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇੰਨਾ ਕੁਝ ਦਿੱਤਾ, ਚੀਫ ਮਿਨਿਸਟਰ ਬਣਾਇਆ, ਪ੍ਰਧਾਨਗੀਆਂ ਦਿੱਤੀਆਂ, ਉਹਨਾਂ ਦੀ ਵਾਈਫ ਨੂੰ ਇੰਨਾ ਕੁਝ ਦਿੱਤਾ, ਤਾਂ ਫਿਰ ਕਿੱਥੇ ਗਈ ਉਹਨਾਂ ਦੀ ਲਾਇਲਟੀ? ਲੱਗ ਰਿਹਾ ਕਿ ਦੁਰਵਰਤੋਂ ਹੋ ਰਹੀ ਹੈ ਲੋਕਾਂ ਦੇ ਪੈਸੇ ਦੀ। ਮੇਰਾ ਨਹੀਂ ਖਿਆਲ ਬਿਲਕੁਲ ਵੀ। ਤੁਸੀਂ ਸਾਡੇ ਘਰੇ ਆਓ, ਕਿਉਂਕਿ ਘਰ ਸਾਡਾ 24 ਘੰਟੇ ਖੁੱਲ੍ਹਾ ਹੈ, 24/7 ਖੁੱਲ੍ਹਾ ਹੈ। ਜਿਵੇਂ ਆਪਣੇ ਚੀਫ ਮਿਨਿਸਟਰ ਚੰਨੀ ਸਾਹਿਬ ਦਾ ਹੁਣ ਖੁੱਲ੍ਹਾ ਹੈ, ਐਵੇਂ ਹੀ 5 ਸਾਲ ਸਾਡਾ ਖੁੱਲ੍ਹਾ ਰਿਹਾ। ਮੇਰੇ ਗ੍ਰੈਂਡਫਾਦਰ ਨੇ ਸੁੱਚੀ ਪੋਲਿਟਿਕਸ ਕੀਤੀ ਹੈ ਪੂਰੀ ਜ਼ਿੰਦਗੀ, ਇੱਕ ਓਨੈਸਟ ਕਾਂਗਰਸਮੈਨ ਨੇ। ਅਸੀਂ ਸਮਾਰਟ ਸਕੂਲਸ ਬਣਵਾਏ ਹੈ, ਅਸੀਂ ਸਪੋਰਟਸ ਲੈ ਕੇ ਆ ਰਹੇ ਹਾਂ। ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੂੰਗੀ ਕਿ ਕਿਹੜਾ ਪ੍ਰੋਫੈਸ਼ਨ ਹੈ ਜਿੱਥੇ ਪੈਨਸ਼ਨ ਨਹੀਂ ਕਿਸੇ ਬੰਦੇ ਦਾ ਰਾਈਟ। ਤੇ ਹੁਣ ਸਹੂਲਤਾਂ ਹੈਗੀਆਂ ਆਪਣੇ ਜ਼ਮਾਨੇ ਦੇ ਵਿੱਚ, ਐਜੂਕੇਸ਼ਨ ਹੈਗੀ ਹੈ, ਸਮਾਰਟ ਸਕੂਲਸ ਬਣ ਗਏ ਨੇ, ਸਪੋਰਟਸ ਲਈ ਕਿੱਟਾਂ ਅਸੀਂ ਦੇ ਰਹੇ ਹਾਂ, ਪ੍ਰੋਵਾਈਡ ਕਰ ਰਹੇ ਹਾਂ, ਉਹ ਸਾਰਾ ਕੁਝ ਹੈਗਾ ਇੱਥੇ। ਭਗਵੰਤ ਮਾਨ ਨੇ ਕਿਹਾ ਸੀ ਲਾਲ ਸਿੰਘ ਜੇ ਜਿੱਤਦੇ ਹੈ, ਜਿੱਤਣ ਨਾਲੋਂ ਉਹਨਾਂ ਨੂੰ ਹਾਰਨ 'ਚ ਜ਼ਿਆਦਾ ਫਾਇਦਾ ਹੈ। ਥੋੜ੍ਹੇ ਦਿਨ ਪਹਿਲਾਂ ਅਸੀਂ ਕਿਤੇ ਸੀਗੇ, ਕਿਸੇ ਨੇ ਸਪੀਚ 'ਚ ਬੋਲਤਾ ਕਿ ਸਾਡੀ ਬੇਟੀ ਰੁਕਮਨ, ਐਂਡ ਮੈਂ ਤਾਂ ਵੈਸੇ ਹੀ ਇਮੋਸ਼ਨਲ ਹੋ ਗਈ। ਮੇਰੇ ਫਾਦਰ ਦੀ ਸਪੋਰਟ 'ਚ ਖੜੇ ਹਾਂ ਜੀ। ਉਹਨਾਂ ਨੂੰ ਜਿੱਥੇ ਵੀ ਮੇਰੀ ਲੋੜ ਹੋਏਗੀ ਮੈਂ ਉਹਨਾਂ ਨਾਲ ਹਮੇਸ਼ਾ ਖੜੀ ਰਹਾਂ। ਮਮਸ ਗਰਲ ਹੋ ਜਾਂ ਪਾਪਾਸ ਗਰਲ? ਵਾਪਸ ਘਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। ਅੱਜ ਅਸੀਂ ਪਹੁੰਚੇ ਹਾਂ ਹਲਕਾ ਸਮਾਣਾ, ਜਿੱਥੇ ਕਿ ਮੌਜੂਦਾ ਐਮਐਲਏ ਰਜਿੰਦਰ ਸਿੰਘ ਦੀ ਬੇਟੀ ਰੁਕਮਨ ਸਿੰਘ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ। 2 ਪੀੜ੍ਹੀਆਂ ਇਸ ਪਰਿਵਾਰ ਦੀਆਂ ਪਹਿਲਾਂ ਹੀ ਸਿਆਸਤ 'ਚ ਨੇ ਤੇ ਤੀਜੀ ਪੀੜ੍ਹੀ ਵੋਟਸ ਮੰਗ ਰਹੀ ਹੈ। ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਰੁਕਮਨ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ 'ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਰੁਕਮਨ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿਵੇਂ ਲੱਗ ਰਿਹਾ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ, ਲੋਕ ਕੀ ਕਹਿ ਰਹੇ ਨੇ? ਬਹੁਤ ਅੱਛਾ ਲੱਗ ਰਿਹਾ ਹੈ। ਵੇਅਰਐਵਰ ਵੀ ਆਰ ਗੋਇੰਗ, ਜਿੱਥੇ ਵੀ ਜਾ ਰਹੇ ਹਾਂ ਬਹੁਤ ਪਿਆਰ ਮਿਲ ਰਿਹਾ ਹੈ। ਥੋੜ੍ਹੀ ਬਹੁਤ ਹੁੰਦੀ ਹੈ ਜਿੱਥੇ ਇੰਨਾ ਪਿਆਰ ਹੁੰਦਾ ਹੈ, ਕਿਤੇ ਨਾ ਕਿਤੇ ਕਸਰ ਰਹਿ ਜਾਂਦੀ ਹੈ, ਬਟ ਮੋਸਟਲੀ ਆਈ ਵੁੱਡ ਸੇ 90-95% ਸਾਨੂੰ ਹਰ ਘਰ 'ਚ ਪਿਆਰ ਮਿਲ ਰਿਹਾ ਹੈ। ਕਈ ਮੋਸਟਲੀ ਤਾਂ ਲੋਕ ਕਹਿ ਰਹੇ ਸਾਡੇ ਕੋਲ ਆਉਣ ਦੀ ਲੋੜ ਵੀ ਨਹੀਂ ਸੀ, ਅਸੀਂ ਤਾਂ ਤੁਹਾਡੇ ਪਰਿਵਾਰ ਨਾਲ ਜੁੜੇ ਹਾਂ। ਐਂਡ ਇੱਥੇ ਆ ਕੇ ਮਹਿਸੂਸ ਹੁੰਦਾ ਕਿ ਇਹ ਸਾਡੀ ਐਕਸਟੈਂਡਡ ਫੈਮਿਲੀ ਹੈ ਸਮਾਣਾ, ਅਤੇ ਬਹੁਤ ਪਿਆਰ ਮਿਲ ਰਿਹਾ। ਜਿੱਥੇ 5 ਤੇ 10% ਕਮੀ ਰਹਿ ਰਹੀ ਹੈ, ਉਹ ਲੋਕ ਕੀ ਕਹਿ ਰਹੇ ਆ? ਉਹ ਕਿਤੇ ਹੁਣ ਇੰਨਾ ਕੰਮ ਹੋਇਆ, ਇੰਨੀ ਡਿਵੈਲਪਮੈਂਟ ਹੋਈ ਹੈ ਸਮਾਣੇ 'ਚ, ਬਟ ਹਰ ਉਹੀ ਮੁਕੰਮਲ ਜਹਾਂ ਕਿਸੇ ਕੋ ਨਹੀਂ ਮਿਲਤਾ। ਅਤੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਵੀ ਜਿਹੜੇ ਹੈ ਅਸੀਂ ਸੁਣੀ ਦੀਆਂ, ਉਹਨਾਂ ਦੀਆਂ ਜਿਹੜੇ ਵੀ ਪ੍ਰੋਬਲਮ ਹੈ, ਮਸਲੇ ਹੈ, ਔਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਉਹ ਵੀ ਦੂਰ ਕਰ ਦਾਂਗੇ। ਔਰ ਐਂਡ 'ਚ ਗੱਲ ਇਹ ਆ ਜਾਂਦੀ ਹੈ ਕਿ ਜੀ ਪਾਵਾਂਗੇ ਤੁਹਾਨੂੰ ਵੋਟ, ਪਰ ਇੱਕ ਮਿੰਟ ਸਾਡੀ ਗੱਲ ਸੁਣ ਲਓ। ਕਿਤੇ ਨਾ ਕਿਤੇ ਸਾਡੀ ਗੱਲ ਰਹਿ ਗਈ, ਪਹਿਲਾਂ ਅਸੀਂ ਸ਼ਾਇਦ ਨਹੀਂ ਅੱਗੇ ਰੱਖੀ, ਅਤੇ ਫਿਰ ਐਂਡ 'ਚ ਆ ਜਾਂਦੀ ਕਿ ਵੋਟ ਅਸੀਂ ਤੁਹਾਨੂੰ ਪਾਵਾਂਗੇ, ਪਰ ਸਾਡਾ ਪਲੀਜ਼ ਖਿਆਲ ਰੱਖਿਓ। ਕੌਨਫੀਡੈਂਟ ਹੋ ਇਸ ਵਾਰ? ਹਾਂਜੀ ਹਾਂਜੀ, ਬਿਲਕੁਲ ਕੌਨਫੀਡੈਂਟ ਹਾਂ। ਸਿਆਸਤ 'ਚ ਕੌਣ ਕੌਣ ਹੈ ਤੁਹਾਡਾ? ਮੇਰੇ ਗ੍ਰੈਂਡਫਾਦਰ ਦਾਦਾ ਜੀ ਤਾਂ ਪਹਿਲਾਂ ਤੋਂ ਹੀ ਨੇ। ਉਹਨਾਂ ਨੇ 77 'ਚ ਸਭ ਤੋਂ ਪਹਿਲੀ ਆਪਣੀ ਇਲੈਕਸ਼ਨ ਲੜੀ ਸੀ, ਅਤੇ ਪਹਿਲੀ ਵਾਰੀ ਮੇਰੇ ਫਾਦਰ ਨੇ ਲੜੀ ਹੈ। ਅਤੇ ਸਮਾਣੇ ਦੇ ਲੋਕਾਂ ਨੇ ਉਦੋਂ ਵੀ ਬਹੁਤ ਪਿਆਰ ਦਿੱਤਾ, ਬਹੁਤ ਇੱਜ਼ਤ ਨਵਾਜ਼ੀ ਉਹਨਾਂ ਨੂੰ। ਅਤੇ ਇਸ ਵਾਰੀ ਫਿਰ ਅਸੀਂ ਪੂਰੇ ਕੌਨਫੀਡੈਂਟ ਹਾਂ ਕਿ ਫਿਰ ਉਹਨਾਂ ਨੂੰ ਜਿੱਤ ਉਹਨਾਂ ਦੀ ਝੋਲੀ 'ਚ ਪਾ ਦੇਣੀ ਹੈ। ਚਲੋ ਜੀ, ਕੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਇਸ ਲਾਈਨ 'ਚ ਕਿਵੇਂ ਆ ਗਏ? ਮੈਂ ਐਕਚੁਅਲੀ ਸਕੂਲਿੰਗ ਮੇਰੀ ਚੰਡੀਗੜ੍ਹ ਤੋਂ ਸੀ, ਫਿਰ ਮੈਂ ਬੋਰਡਿੰਗ ਸਕੂਲ ਚਲੀ ਗਈ ਰਾਜਸਥਾਨ, ਮੇਓ ਕਾਲਜ ਅਜਮੇਰ, ਅਤੇ ਫਿਰ ਸਿੰਗਾਪੁਰ ਚਲੀ ਗਈ ਅੰਡਰਗ੍ਰੈਡ ਲਈ। ਮਾਸਟਰਸ ਮੇਰੀ US ਤੋਂ ਹੈ। ਫਿਰ ਉੱਥੇ ਮੈਂ ਕੰਮ ਕੀਤਾ 1 ਸਾਲ, ਅਤੇ 2020 ਐਂਡ 'ਚ ਮੈਂ ਵਾਪਸ ਆ ਗਈ। ਮਤਲਬ 10 ਕੁ ਸਾਲ ਆਈ ਥਿੰਕ ਘਰ ਤੋਂ ਬਾਹਰ ਸੀ, ਵਿੱਚ ਆਈਦਾ ਸੀ ਛੁੱਟੀਆਂ ਵਾਸਤੇ, ਬਟ ਫਿਰ 2020 'ਚ ਮੈਂ ਵਾਪਸ ਆ ਗਈ ਨਾ ਵਿਥ ਮਾਈ ਫੈਮਿਲੀ, ਅਤੇ ਹੁਣ ਮੈਂ ਆਪਣੇ ਫਾਦਰ ਦੀ ਸਪੋਰਟ ਕਰ ਰਹੀ ਹਾਂ। ਕਿੱਦਾਂ ਲੱਗ ਰਿਹਾ ਉਹਨਾਂ ਦੇ ਨਾਲ ਪ੍ਰਚਾਰ ਕਰਕੇ ਲੋਕਾਂ ਨਾਲ? ਇਹ ਕਿੱਦਾਂ ਮਾਈਂਡ 'ਚ ਕਿਵੇਂ ਆਇਆ ਇੱਕਦਮ ਹੀ ਉਸ ਲਾਈਨ ਤੋਂ ਇੱਧਰ ਨੂੰ? ਮੇਰੇ ਫਾਦਰ ਦੀ ਸਪੋਰਟ 'ਚ ਖੜੇ ਹਾਂ ਜੀ। ਉਹਨਾਂ ਨੂੰ ਜਿੱਥੇ ਵੀ ਮੇਰੀ ਲੋੜ ਹੋਏਗੀ ਮੈਂ ਉਹਨਾਂ ਨਾਲ ਹਮੇਸ਼ਾ ਖੜੀ ਰਹੂੰਗੀ। ਇਹ ਮਤਲਬ
ਚਾਹੇ ਉਹ ਮੇਰਾ ਬ੍ਰਦਰ ਹੈ, ਚਾਹੇ ਉਹ ਮੈਂ ਹਾਂ, ਚਾਹੇ ਉਹ ਮੇਰੇ ਸਿਸਟਰ ਇਨ ਲੋ ਹੈ, ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ ਹੈ ਮੈਨੂੰ ਇੰਡੀਪੈਂਡੈਂਟ ਬਣਾਉਣ 'ਚ। ਮੈਨੂੰ ਜੋ ਵੀ ਮੈਂ ਹਾਂ, ਜਿੱਥੇ ਵੀ ਅੱਜ ਮੈਂ ਪਹੁੰਚੀ ਹਾਂ, ਉਹਨਾਂ ਦਾ ਬਹੁਤ ਵੱਡੀ ਦੇਣ ਹੈ, ਮੇਰੇ ਗ੍ਰੈਂਡਫਾਦਰ ਦੀ, ਮੇਰੇ ਫਾਦਰ ਦੀ, ਮੇਰੇ ਮਦਰ ਦੀ। ਅਤੇ ਹੁਣ ਜੇ ਅਸੀਂ ਉਹਨਾਂ ਦੀ ਸਪੋਰਟ ਲਈ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੈ ਨਹੀਂ ਖੜ੍ਹੇ ਹੋਵਾਂਗੇ ਤਾਂ ਸਾਨੂੰ ਕੌਣ ਸਿਆਣਾ ਕਹੂਗਾ। ਸੋ ਅਸੀਂ ਤਾਂ ਆਈ ਐਮ ਆਲਵੇਜ਼ ਸਟੈਂਡਿੰਗ ਬਾਏ ਮਾਈ ਫਾਦਰ, ਚਾਹੇ ਜੋ ਮਰਜ਼ੀ ਹੋ ਜਾਏ, ਉਹ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉਹਨਾਂ ਨਾਲ ਖੜੀ ਹਾਂ, ਚਾਹੇ ਉਹ ਇਸ ਪ੍ਰੋਫੈਸ਼ਨ 'ਚ ਹੈ, ਚਾਹੇ ਉਹ ਕਿਤੇ ਵੀ ਹੋਰ ਹੈ। ਮਮਾਸ ਗਰਲ ਹੋ ਜਾਂ ਪਾਪਾਸ ਗਰਲ ਹੋ? Papa's girl. Absolutely Papa's girl. Mama, definitely बहुत प्यार है आपस च, but I always lean towards my father more than I lean towards my mother. हाँ जी हाँ। ਤਾਂ ਜਿਵੇਂ ਪਿਛਲੀ ਵਾਰ ਇਲੈਕਸ਼ਨ ਸੀਗੀਆਂ, ਤੁਹਾਡੇ ਦਾਦਾ ਜੀ ਸੀਗੇ, ਤੁਹਾਡੇ ਪਾਪਾ, ਤੁਹਾਡੇ ਮਮਾ, ਤਿੰਨੋਂ ਜਾਣੇ ਪ੍ਰਚਾਰ ਕਰ ਰਹੇ ਸੀ। ਤਿੰਨੋਂ ਜਾਣੇ ਇਨਫ ਨਹੀਂ ਸੀ ਜਿਹੜਾ ਤੁਹਾਨੂੰ ਵੀ ਇਸ ਵਾਰ ਆਉਣਾ ਪੈ ਗਿਆ? ਨਹੀਂ, ਉਦੋਂ ਵੀ ਮੇਰੇ ਭਾਬੀ ਜੀ ਸੀਗੇ ਐਂਡ ਮੈਂ ਉਦੋਂ ਆਈ ਸੀ ਥੋੜ੍ਹੀ ਦੇਰ ਵਾਸਤੇ, ਬਟ ਉਦੋਂ ਮੇਰੀ ਐਜੂਕੇਸ਼ਨ ਚੱਲ ਰਹੀ ਸੀ, ਜਿਵੇਂ ਮੈਂ ਦੱਸਿਆ ਆਈ ਵਾਜ਼ ਇਨ ਦੀ US, ਅਤੇ ਫਿਰ ਮੈਨੂੰ ਵਾਪਸ ਜਾਣਾ ਪਿਆ, ਛੁੱਟੀ ਨਹੀਂ ਮਿਲੀ, ਨਹੀਂ ਤਾਂ ਉਦੋਂ ਵੀ ਤੁਸੀਂ ਸਾਨੂੰ ਇੱਥੇ ਜ਼ਰੂਰ ਦੇਖਦੇ। ਬਟ ਮੇਰੇ ਭਾਬੀ ਜੀ ਸੀ, ਮੇਰੇ ਬ੍ਰਦਰ ਸੀ, ਫੈਮਿਲੀ ਮੈਂਬਰਸ। ਇਨਫੈਕਟ ਬਹੁਤ ਪਿਆਰ ਹੈ ਸਾਡਾ ਸਾਡੀ ਐਕਸਟੈਂਡਡ ਫੈਮਿਲੀ ਨਾਲ ਵੀ, ਉਹਨਾਂ ਦੀਆਂ ਸਿਸਟਰਸ, ਮੇਰੇ ਫਾਦਰ ਦੀਆਂ, ਉਹਨਾਂ ਦੀਆਂ ਭਾਬੀਆਂ, ਅਸੀਂ ਸਾਰੇ ਐਜ਼ ਅ ਫੈਮਿਲੀ ਇਕੱਠੇ ਤੁਰੀਦਾ ਹੈ ਜਿੱਥੇ ਵੀ। ਅੱਜ ਕੱਲ੍ਹ ਉਹਨਾਂ ਦੀ ਸਪੋਰਟ 'ਚ ਇੱਥੇ ਆਏ ਹੋਏ ਹਾਂ। ਜੁਆਇੰਟ ਫੈਮਿਲੀ ਹੋ? ਨਹੀਂ, ਰਹੀਦਾ ਤਾਂ ਅਸੀਂ ਗ੍ਰੈਂਡਫਾਦਰ ਨਾਲ ਹੈ, ਬਟ ਉਹਨਾਂ ਦੇ ਜਿਹੜੇ ਬ੍ਰਦਰਸ ਨੇ, ਮੇਰੇ ਗ੍ਰੈਂਡਫਾਦਰ ਨੇ ਦੇ, ਉਹਨਾਂ ਦੇ ਸਿਸਟਰਸ ਅਗਾਂਹ ਉਹਨਾਂ ਦੇ ਬੱਚੇ, ਸੋ ਉਹ ਸਾਰੇ ਅਸੀਂ ਇਕੱਠੇ ਕਰੀਦਾ ਪ੍ਰਚਾਰ। ਵੀਰ ਆਲਵੇਜ਼ ਸਟੈਂਡਿੰਗ ਫॉर ਈਚ ਅਦਰ। ਐਜ਼ ਅ ਫਨ ਲੈ ਰਹੇ ਹੋ ਜਾਂ ਕਿਵੇਂ ਲੱਗ ਰਿਹਾ ਪ੍ਰਚਾਰ ਕਰਦੇ? ਫਨ ਵੀ ਕਰੀਦਾ। ਫਨ ਉਦੋਂ ਹੋ ਜਾਂਦਾ ਨਾ ਜਦੋਂ ਇੰਨੀ ਪੋਜ਼ੀਟਿਵਿਟੀ ਮਿਲਦੀ ਹੈ, ਉਦੋਂ ਵੈਸੇ ਹੀ ਆਪਣੇ ਆਪ ਮਜ਼ਾ ਜਿਹਾ ਆਉਣ ਲੱਗ ਜਾਂਦਾ ਹੈ ਕਿ ਚਲੋ ਬਹੁਤ ਪਿਆਰ ਮਿਲ ਰਿਹਾ ਹੈ। ਜਿੱਥੇ ਵੀ ਜਾ ਰਹੇ ਹਾਂ ਲੋਕੀ ਮਤਲਬ ਬੇਟੀਆਂ ਵਾਂਗੂ ਮੈਨੂੰ ਟਰੀਟ ਕਰ ਰਿਹਾ ਹੈ। ਇਨਫੈਕਟ ਮੈਂ ਥੋੜ੍ਹੇ ਦਿਨ ਪਹਿਲਾਂ ਅਸੀਂ ਕਿਤੇ ਸੀਗੇ, ਕਿਸੇ ਨੇ ਸਪੀਚ 'ਚ ਬੋਲਤਾ ਕਿ ਸਾਡੀ ਬੇਟੀ ਰੁਕਮਨ, ਐਂਡ ਮੈਂ ਤਾਂ ਵੈਸੇ ਹੀ ਇਮੋਸ਼ਨਲ ਹੋ ਗਈ, ਕਿਉਂਕਿ ਐਕਚੁਅਲ 'ਚ ਇਟ ਫੀਲਸ ਕਿ ਬੇਟੀਆਂ ਵਾਂਗੂ ਰੱਖ ਰਹੇ ਇੱਥੇ ਸਮਾਣੇ 'ਚ। ਐਂਡ ਜੋ ਮੇਰੇ ਫਾਦਰ ਨੇ ਪਿਛਲੇ 5 ਸਾਲਾਂ 'ਚ ਕਮਾਇਆ ਇੱਥੇ ਪਿਆਰ, ਉਹ ਸਾਨੂੰ ਹੁਣ ਦਿਸ ਰਿਹਾ। ਅਸੀਂ ਪਹਿਲਾਂ ਗੁੱਸੇ ਹੋ ਜਾਈਦਾ ਸੀ ਥੋੜ੍ਹਾ ਬਹੁਤਾ ਕਿ ਤੁਸੀਂ ਸਾਨੂੰ ਟਾਈਮ ਨਹੀਂ ਦੇ ਰਹੇ, ਤੁਸੀਂ ਕਿੱਥੇ ਜਾ, ਲਾਈਕ ਅਸੀਂ, ਮੈਂ ਜਦੋਂ ਛੁੱਟੀਆਂ 'ਚ ਵਾਪਸ ਆਉਂਦੀ ਸੀ ਕਿ ਕਿਤੇ ਜਾ ਆਈਏ ਮਾੜਾ ਮੋਟਾ ਕਿਤੇ, ਬਟ ਉਹ ਇੱਥੇ ਹੀ ਰਹੇ ਉਹ ਪਿਛਲੇ 5 ਸਾਲਾਂ 'ਚ, ਅਤੇ ਹੁਣ ਉਹਦਾ ਰਿਜ਼ਲਟ ਦਿਖਦਾ ਸਾਨੂੰ ਜਦੋਂ। ਇਸ਼ੂਜ਼ ਲੈ ਕੇ ਲੋਕਾਂ 'ਚ ਜਾ ਰਹੇ ਹੋ, ਕੀ ਮੁੱਦੇ ਹੁੰਦੇ ਆ ਤੁਹਾਡੇ? ਆਹੀ ਕਿ ਜੋ ਵਿਕਾਸ ਹੋਇਆ ਹੈ ਪਿਛਲੇ 5 ਸਾਲਾਂ 'ਚ, ਹਾਲੇ ਮੇਰੇ ਫਾਦਰ MLA ਸੀ, ਉਹਨਾਂ ਨੇ ਆਈ ਥਿੰਕ ਜੋ ਇੱਕ ਮਿਨਿਸਟਰ ਲੈਵਲ ਦੇ ਕੰਮ ਹੁੰਦੇ ਆ ਉਹ ਕਰਤੇ ਸਮਾਣੇ 'ਚ, ਅਤੇ ਅਸੀਂ ਉਹਨਾਂ ਨੂੰ ਸਾਰਾ ਦੱਸੀ ਦੀ ਹੈ ਲੌਂਡਰੀ ਲਿਸਟ ਆਫ ਥਿੰਗਸ ਕਿ ਜੋ ਜੋ ਹੋਇਆ ਹੈ, ਜੋ ਬਦਲਾਵ ਆਇਆ ਹੈ, ਚਾਹੇ ਉਹ ਐਜੂਕੇਸ਼ਨ ਸਿਸਟਮ 'ਚ ਹੈ, ਚਾਹੇ ਉਹ ਆਪਣਾ ਲਾ ਲਓ ਟਰਾਂਸਪੋਰਟੇਸ਼ਨ 'ਚ ਹੈ, ਚਾਹੇ ਉਹ ਰੋਡਸ ਦੇ ਕੰਮ ਹੈ, ਚਾਹੇ ਉਹ ਵਾਟਰ ਸਿਊਰੇਜ ਹੈ। ਇਨਫੈਕਟ ਆਪਾਂ ਜਿੱਥੇ ਬੈਠੇ ਹਾਂ ਹੁਣੀ ਗ੍ਰੀਨ ਟਾਊਨ, ਇੱਥੇ ਇੰਨੀ ਮਤਲਬ ਸਿਊਰੇਜ ਦੀ ਇੰਨੀ ਪ੍ਰੋਬਲਮ ਸੀ। ਇਹਨਾਂ ਨੇ ਇਨਫੈਕਟ ਇੱਕ ਟਾਈਮ 'ਤੇ ਸਿਟੀਜ਼ਨਸ ਨੇ, ਇੱਥੇ ਰੈਜ਼ੀਡੈਂਟਸ ਨੇ ਗਿਵ ਅਪ ਹੀ ਕਰਤਾ ਸੀ ਕਿ ਕਦੀ ਨਹੀਂ ਹੋਣਾ, ਉਹ ਲੈ ਕੇ ਆਏ ਅਸੀਂ। ਅਤੇ ਫਿਰ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਇੰਟਰਲੋਕ ਟਾਈਲਸ ਇੱਥੇ ਪਈਆਂ, ਐਂਡ ਥੋੜ੍ਹਾ ਆਪਣਾ ਕੀ ਕਹਿੰਦੇ ਹੈ ਇੱਥੇ ਧਰਮਸ਼ਾਲਾ ਹੈਗੀ, ਉਹਦੇ ਸ਼ੈਡ ਲਈ ਹੁਣੀ 5 ਲੱਖ ਰੁਪਇਆ ਦਿੱਤਾ ਲਾਈਕ ਬਿਫੋਰ। ਤਾਂ ਇਸ ਗ੍ਰੀਨ ਟਾਊਨ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ। ਐਂਡ ਐਸੀ ਹੀ ਕਈ ਏਰੀਆਜ਼ ਨੇ ਸਮਾਣੇ ਦੇ ਵਿੱਚ ਜਿੱਥੇ ਬ੍ਰਿਜ ਬਣ ਗਏ, ਰੋਡਸ ਬਣ ਗਈਆਂ, ਸਮਾਰਟ ਡਿਵੈਲਪਮੈਂਟ ਕਿਹਨੂੰ ਕਹਿੰਦੇ ਹੋ ਤੁਸੀਂ? ਮਟੀਰੀਅਲਿਸਟਿਕ ਚੀਜ਼ਾਂ ਨੂੰ ਡਿਵੈਲਪਮੈਂਟ ਕਹਿ ਰਹੇ ਹੋ? ਰੋਡਸ ਬਣ ਗਈਆਂ, ਸਟਰੀਟਸ ਹੋ ਗਈਆਂ, ਇਹਨਾਂ ਨੂੰ ਕਹਿ ਰਹੇ ਹੋ ਦਿਸ ਇਜ਼ ਡਿਵੈਲਪਮੈਂਟ? ਜੋ ਲੋੜ ਹੈ ਰੈਜ਼ੀਡੈਂਟਸ ਦੀ, ਜੋ ਵੀ ਜ਼ਰੂਰਤ ਹੈ, ਚਾਹੇ ਉਹ ਮਟੀਰੀਅਲਿਸਟਿਕ ਹੈ, ਚਾਹੇ ਉਹ ਮਤਲਬ ਕਿ ਉਹਨਾਂ ਦਾ MLA ਉਹਨਾਂ ਨੂੰ ਮਿਲਦਾ ਹੈ ਕਿ ਨਹੀਂ, ਉਹ ਹਾਜ਼ਰ ਵੀ ਸੀ ਉਹਨਾਂ ਲਈ ਹਮੇਸ਼ਾ, ਟਾਈਮ ਸਪੈਂਡ ਕਰਦੇ ਆ ਲੋਕਾਂ ਨਾਲ, ਚਾਹੇ ਉਹ ਉਸ ਫਾਰਮ 'ਚ ਹੈ। ਵਟ ਐਵਰ ਦੇ ਨੀਡ, ਉਹਨਾਂ ਦੀ ਨੀਡ ਪਹਿਲਾਂ ਆਈ ਥਿੰਕ ਜਾਣਨੀ ਜ਼ਰੂਰੀ ਹੈ। ਜੇ ਉਹਨਾਂ ਨੂੰ LED ਲਾਈਟਸ ਚਾਹੀਦੀਆਂ ਸੀ ਤਾਂ ਉਹ ਲਵਾਤੀਆਂ। ਸੋ ਜਿੱਥੇ ਜਿੱਥੇ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਚਾਹੀਦਾ ਕੀ ਹੈ ਤੁਹਾਡੇ ਰੈਜ਼ੀਡੈਂਟ ਨੂੰ, ਤੁਹਾਡੇ ਵੋਟਰ ਨੂੰ ਕੀ ਚਾਹੀਦਾ। ਲੋਕ ਕਹਿ ਰਹੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਸਾਨੂੰ ਕੰਮ ਚਾਹੀਦਾ, ਚੀਜ਼ਾਂ ਨਾਲੋਂ, ਗਲੀਆਂ ਨਾਲੀਆਂ ਨਾਲੋਂ ਅਸੀਂ ਉੱਪਰ ਉੱਠ ਕੇ ਸਾਨੂੰ ਕੰਮ ਚਾਹੀਦਾ। ਨਸ਼ੇ ਦੇ ਮੁੱਦੇ ਹੈ, ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਦੇ ਰਿਹਾ? ਦੇਖੋ, ਜਦੋਂ ਅਕਾਲੀਆਂ ਦੀ ਸਰਕਾਰ ਸੀ ਨਸ਼ੇ ਉਦੋਂ ਵਰ ਐਟ ਪੀਕ, ਠੀਕ ਹੈ। ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ, ਇਹਦੇ 'ਚ ਕਾਫੀ ਮਤਲਬ ਚੇਂਜਸ ਲਿਆਏ ਹੈ। ਅਸੀਂ ਹੁਣ ਵੀ ਆਪਣਾ ਕੀ ਕਹਿੰਦੇ ਸਪੈਸ਼ਲੀ ਐਜੂਕੇਸ਼ਨ 'ਚ ਜਦੋਂ ਨਸ਼ੇ ਦੀ ਗੱਲ ਆ ਜਾਂਦੀ ਹੈ ਨਾ, ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਆਉਂਦੀ ਹੈ ਐਜੂਕੇਸ਼ਨ। ਜੇ ਬੱਚਿਆਂ ਨੂੰ ਪੜ੍ਹਾਓਗੇ, ਜੇ ਡਿਸਟਰੈਕਟ ਕਰੋਗੇ, ਜੇ ਉਹਨਾਂ ਨੂੰ ਐਜੂਕੇਸ਼ਨ ਮਿਲੇਗੀ, ਉਹਨਾਂ ਨੂੰ ਅੱਗੇ ਜੋਬ ਮਿਲੂਗੀ। ਅਤੇ ਐਜੂਕੇਸ਼ਨ ਪਿੱਛੇ ਅਸੀਂ ਹੁਣ ਆਪਣਾ ਲਾ ਲਓ ਇੱਧਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫॉर ਗਰਲਸ ਹੈ, ਉਹ ਮੈਂ ਪਹਿਲਾਂ ਵੀ ਇਹ ਕਿਹਾ ਹੋਇਆ ਹੈ ਕਿ ਐਜੂਕੇਸ਼ਨ ਤਾਂ ਬਹੁਤ ਸਾਲਾਂ ਤੋਂ ਇੰਪੋਰਟੈਂਟ ਹੈ, ਬਹੁਤ ਦੇਰ ਤੋਂ ਇੰਪੋਰਟੈਂਟ ਹੈ। ਆਪਾਂ ਟੈਕਨੋਲੋਜੀ ਕਹਿ ਦਿੰਦੇ ਹਾਂ ਕਿ ਜੀ ਪਹਿਲਾਂ ਇੰਨੀ ਟੈਕਨੋਲੋਜੀ ਨਹੀਂ ਸੀ, ਹੁਣ ਆ ਗਈ। ਐਜੂਕੇਸ਼ਨ ਤਾਂ ਬਹੁਤ ਦੇਰ ਤੋਂ ਇੰਪੋਰਟੈਂਟ ਹੈ। ਫਿਰ ਪਹਿਲੇ ਕਿਸੇ ਸਰਕਾਰ ਨੇ ਕਿਉਂ ਨਹੀਂ ਸੋਚਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਅਮੈਨਿਟੀਜ਼ ਦੇਈਏ ਸਕੂਲ 'ਚ, ਤਾਂ ਕਿ ਉਹ ਇੱਥੇ ਹੀ ਪੜ੍ਹ ਸਕਣ, ਉਹਨਾਂ ਨੂੰ ਜ਼ਿਆਦਾ ਕਮਿਊਟ ਕਰਕੇ ਕਿਤੇ ਦੂਰ ਜਾਣਾ ਨਾ ਪਏ।
ਤੇ ਉਹ ਅਸੀਂ ਲੈ ਕੇ ਆਏ ਹਾਂ। ਅਸੀਂ ਸਮਾਰਟ ਸਕੂਲਸ ਬਣਵਾਏ ਹੈ, ਅਸੀਂ ਸਪੋਰਟਸ ਲੈ ਕੇ ਆ ਰਹੇ ਹਾਂ ਸਕੂਲਸ ਦੇ ਵਿੱਚ, ਬਾਸਕਟਬਾਲ ਕੋਰਟਸ ਬਣਵਾਏ ਹੈ ਬॉयਜ਼ ਸਕੂਲ ਦੇ ਵਿੱਚ, ਤਾਂ ਕਿ ਕਿ ਸਪੋਰਟਸ ਵੀ ਇੱਥੇ ਹੋ ਜਾਏ, ਐਜੂਕੇਸ਼ਨ ਵੀ ਇੱਥੇ ਹੋ ਜਾਣ ਕਿ ਪਰ ਫਿਰ ਵੀ ਯੂਥ ਤਾਂ ਬਾਹਰ ਨੂੰ ਭੱਜ ਰਿਹਾ। ਉਹ ਫਿਰ ਆਈ ਥਿੰਕ ਕਿਤੇ ਨਾ ਕਿਤੇ ਆਪਣੀ ਪਰਸਨਲ ਪ੍ਰੈਫਰੈਂਸ ਆ ਜਾਂਦੀ ਹੈ, ਠੀਕ ਹੈ। ਬਟ ਇਹ ਜ਼ਰੂਰ ਹੈ ਕਿ ਜੇ ਕੋਈ ਇੱਥੇ ਰਹਿਣਾ ਚਾਹੁੰਦਾ ਹੈ, ਐਨੀਵਨ ਹੂ ਵਾਂਟਸ ਟੂ ਸਟੇ, ਇੱਥੇ ਹੁਣ ਸਹੂਲਤਾਂ ਹੈਗੀਆਂ ਆਪਣੇ ਸਮਾਣੇ ਦੇ ਵਿੱਚ, ਐਜੂਕੇਸ਼ਨ ਹੈਗੀ ਹੈ, ਸਮਾਰਟ ਸਕੂਲਸ ਬਣ ਗਏ ਨੇ, ਸਪੋਰਟਸ ਲਈ ਕਿੱਟਾਂ ਅਸੀਂ ਦੇ ਰਹੇ ਹਾਂ, ਪ੍ਰੋਵਾਈਡ ਕਰ ਰਹੇ ਹਾਂ, ਉਹ ਸਾਰਾ ਕੁਝ ਹੈਗਾ ਇੱਥੇ ਹੁਣ। ਜੇ ਆਪਾਂ ਗੱਲ ਕਰੀਏ ਪੈਨਸ਼ਨਸ ਦੀ, ਪੈਨਸ਼ਨਸ ਨੂੰ ਲੈ ਕੇ ਬਹੁਤ ਰੌਲਾ ਪੈਂਦਾ ਰਿਹਾ। ਭਗਵੰਤ ਮਾਨ ਨੇ ਕਿਹਾ ਸੀ ਲਾਲ ਸਿੰਘ ਜੇ ਜਿੱਤਦੇ ਹੈ, ਜਿੱਤਣ ਨਾਲੋਂ ਉਹਨਾਂ ਨੂੰ ਹਾਰਨ 'ਚ ਜ਼ਿਆਦਾ ਫਾਇਦਾ ਹੈ। ਤੁਹਾਨੂੰ ਕੀ ਲੱਗਦਾ ਇਹ ਉਹਨਾਂ ਨੇ ਕਿਸ ਬੇਸਿਸ ਤੇ? ਕਿ ਉਹਨਾਂ ਦੀ ਪੈਨਸ਼ਨ ਹੀ ਇੰਨੀ ਜ਼ਿਆਦਾ ਆਉਂਦੀ ਹੈ, ਜਿੱਤਣ ਨਾਲੋਂ ਤਾਂ ਹਾਰ ਕੇ ਉਹਨਾਂ ਦੀ ਪੈਨਸ਼ਨ ਇੰਨੀ ਜ਼ਿਆਦਾ ਹੈ, ਇਦੋਂ ਚੰਗਾ ਉਹ ਹਾਰ ਜਾਣ। ਚਲੋ ਫਿਰ ਇਹ ਹੁਣ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੂੰਗੀ ਕਿ ਕਿਹੜਾ ਪ੍ਰੋਫੈਸ਼ਨ ਹੈ ਜਿੱਥੇ ਪੈਨਸ਼ਨ ਨਹੀਂ ਕਿਸੇ ਬੰਦੇ ਦਾ ਰਾਈਟ, ਠੀਕ ਹੈ। ਇੱਕ ਬੰਦਾ ਹੈ, ਉਹਦਾ ਪ੍ਰੋਫੈਸ਼ਨ ਹੈ, ਉਹਨੇ ਹਾਰਡ ਵਰਕ ਕੀਤਾ ਉਸ ਪ੍ਰੋਫੈਸ਼ਨ ਦੇ ਵਿੱਚ। ਮੇਰੇ ਗ੍ਰੈਂਡਫਾਦਰ ਨੇ ਸੁੱਚੀ ਪੋਲਿਟਿਕਸ ਕੀਤੀ ਹੈ ਪੂਰੀ ਜ਼ਿੰਦਗੀ, ਇੱਕ ਓਨੈਸਟ ਕਾਂਗਰਸਮੈਨ ਨੇ, ਉਹ ਲਾਇਲ ਕਾਂਗਰਸਮੈਨ ਨੇ। ਅਤੇ ਜੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ, ਜੋ ਉਹਨਾਂ ਦੀ ਟਰਜੈਕਟਰੀ ਹੈ ਲਾਈਫ ਦੀ, ਅਤੇ ਆਈ ਥਿੰਕ ਪੈਨਸ਼ਨ ਤਾਂ ਹਰ ਸਿਟੀਜ਼ਨ ਦਾ ਰਾਈਟ ਹੈ, ਹਰ ਪ੍ਰੋਫੈਸ਼ਨਲ ਬੰਦੇ ਦਾ ਰਾਈਟ ਹੈ। ਉਹ ਕਿਸੇ ਵੀ ਪ੍ਰੋਫੈਸ਼ਨ 'ਚ ਚਲੇ ਜਾਓ, ਅਤੇ ਪੈਨਸ਼ਨ ਤਾਂ ਆਈ ਥਿੰਕ ਇਜ਼ ਲਾਈਕ ਉਹਨਾਂ ਦਾ ਰਾਈਟ। ਜਿਵੇਂ ਤੁਹਾਡੇ ਗ੍ਰੈਂਡਫਾਦਰ ਨੇ 5-7 ਵਾਰੀ ਵਿਧਾਇਕ ਰਹਿ ਚੁੱਕੇ, ਠੀਕ ਹੈ। ਹੁਣ ਮੰਡੀ ਬੋਰਡ ਚੇਅਰਮੈਨ ਹੈ, ਉਹਦੀ ਤਨਖਾਹ ਆਉਂਦੀ ਹੈ, ਪਹਿਲਾਂ ਵਾਲੀ ਪੈਨਸ਼ਨ ਆਉਂਦੀ ਹੈ। ਤੁਹਾਡੇ ਡੈਡ ਹੈ, ਮੌਜੂਦਾ MLA ਨੇ, ਉਹਨਾਂ ਦੀ ਤਨਖਾਹ ਆਉਂਦੀ ਹੈ। ਲੱਗਦਾ ਕਿ ਸਾਰੇ ਲੋਕਾਂ ਦੇ ਜਿੰਨੇ ਵੀ ਪੈਸੇ ਹੈਗੇ ਤੁਹਾਡੇ ਘਰੇ ਆਈ ਜਾਂਦੇ ਆ? ਨਹੀਂ ਨਹੀਂ, ਐਸੀ ਤਾਂ ਕੋਈ ਗੱਲ ਨਹੀਂ, ਕਿਉਂਕਿ ਹੁਣ ਦੇਖੋ ਇਹ ਤਾਂ ਹੈ ਨਹੀਂ ਕਿ ਇੱਕ ਪਰਿਵਾਰ 'ਚ ਸੇਮ ਪ੍ਰੋਫੈਸ਼ਨ ਨਹੀਂ ਹੋ ਸਕਦਾ ਫਾਦਰ ਸਨ ਦਾ। ਆਪਾਂ ਬਿਜ਼ਨਸ ਫੈਮਲੀਜ਼ 'ਚ ਵੀ ਜਾਈਦਾ ਹੈ, ਹੁਣ ਉੱਥੇ ਆਪਾਂ ਇਹ ਕਹਿਣ ਲੱਗ ਜਾਈਏ ਕਿ ਜੀ ਤੁਹਾਡੀ ਸਾਰੀ ਕਮਾਈ ਤੁਹਾਨੂੰ ਇੱਕੋ ਹੀ ਪਰਿਵਾਰ 'ਚ ਮਿਲ ਰਹੀ ਹੈ, ਠੀਕ ਹੈ। ਉਹ ਕੋਈ ਵੀ ਪ੍ਰੋਫੈਸ਼ਨ ਹੋਏ, ਠੀਕ ਹੈ, ਇਟ ਇਜ਼ ਨਾਟ ਨੈਸੈਸਰੀ ਕਿ ਪ੍ਰੋਫੈਸ਼ਨ ਅੱਡ ਅੱਡ ਹੋਣਾ ਚਾਹੀਦਾ ਹੈ। ਤਾਂ ਮੇਰੇ ਗ੍ਰੈਂਡਫਾਦਰ ਨੇ ਪਹਿਲਾਂ ਬਹੁਤ ਓਨੈਸਟ ਪੋਲੀਟਿਕਸ ਕੀਤੀ ਹੈ, ਮੇਰੇ ਫਾਦਰ ਨੇ ਉਸ ਤੋਂ ਬਾਅਦ ਹੁਣ ਕਰ ਰਹੇ ਹੈ ਬਹੁਤ ਓਨੈਸਟ ਪੋਲੀਟਿਕਸ। ਜੋ ਉਹਨਾਂ ਨੂੰ ਮਿਲ ਰਿਹਾ, ਜੋ ਉਹਨਾਂ ਦੀ ਸੈਲਰੀ ਹੈ, ਉਹ ਆਪਣਾ ਕੀ ਕਹਿੰਦੇ ਉਹਨਾਂ ਲਾਈਕ ਉਹਨਾਂ ਦਾ ਰਾਈਟ ਹੈ ਉਹ ਲੈਣਾ। ਮੈਂ ਕੱਲ੍ਹ ਨੂੰ ਕਿਸੇ ਪ੍ਰੋਫੈਸ਼ਨ 'ਚ ਚਲੇ ਜਾਵਾਂ ਤਾਂ ਮੇਰਾ ਉਹ ਰਾਈਟ ਹੈ, ਮੈਂ ਜਿਹੜੇ ਮਰਜ਼ੀ ਪ੍ਰੋਫੈਸ਼ਨ 'ਚ ਜਾਵਾਂ। ਹੁਣ ਕੱਲ੍ਹ ਨੂੰ ਉਹੀ ਮੇਰੇ ਮਦਰ ਸੇਮ ਪ੍ਰੋਫੈਸ਼ਨ 'ਚ ਹੋਣ, ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੀ ਇਕੱਠੀ ਕਮਾਈ ਇੱਕੋ ਘਰ 'ਚ ਆ ਰਹੀ ਹੈ। ਆਈ ਡੋਂਟ ਥਿੰਕ ਸੋ। ਤੁਹਾਨੂੰ ਨਹੀਂ ਲੱਗ ਰਿਹਾ ਕਿ ਦੁਰਵਰਤੋਂ ਹੋ ਰਹੀ ਹੈ ਲੋਕਾਂ ਦੇ ਪੈਸੇ ਦੀ? ਨਹੀਂ, ਮੇਰਾ ਨਹੀਂ ਖਿਆਲ ਬਿਲਕੁਲ ਵੀ, ਕਿਉਂਕਿ ਇੱਕ ਓਨੈਸਟ ਲੀਡਰਸ ਜਦੋਂ ਆਪਾਂ ਦੇਖਦੇ ਹਾਂ ਨਾ ਜੀ, ਕਿ ਇਹ ਉਹ ਵਾਲੇ ਲੀਡਰ ਤਾਂ ਹੈ ਨਹੀਂ ਜਿਨ੍ਹਾਂ ਨੇ ਮਿਲਣਾ ਨਹੀਂ ਲੋਕਾਂ ਨੂੰ, ਜਿਨ੍ਹਾਂ ਨੇ ਮਤਲਬ 24 ਘੰਟੇ ਜਦੋਂ ਮਰਜ਼ੀ ਮੈਨੂੰ ਉਹੀ ਮੈਂ ਤੁਹਾਨੂੰ ਦੱਸਿਆ ਨਾ, ਜਿਹੜਾ 5% ਲੋਕ ਹੋ ਜਾਂਦੇ ਕਿ ਜੀ ਸਾਨੂੰ MLA ਸਾਹਿਬ ਮਿਲੇ ਨਹੀਂ। ਮੈਂ ਕਹਿੰਦੀ ਹਾਂ ਕਿ ਜੇ ਤੁਹਾਡੇ ਕੋਲ MLA ਸਾਹਿਬ ਤੁਰ ਕੇ ਨਹੀਂ ਆਏ ਨਾ, ਤੁਸੀਂ ਸਾਡੇ ਘਰੇ ਆਓ, ਕਿਉਂਕਿ ਘਰ ਸਾਡਾ 24 ਘੰਟੇ ਖੁੱਲ੍ਹਾ ਹੈ, 24/7 ਖੁੱਲ੍ਹਾ ਹੈ। ਜਿਵੇਂ ਆਪਣੇ ਚੀਫ ਮਿਨਿਸਟਰ ਚੰਨੀ ਸਾਹਿਬ ਦਾ ਹੁਣ ਖੁੱਲ੍ਹਾ ਹੈ, ਐਵੇਂ ਹੀ 5 ਸਾਲ ਸਾਡਾ ਖੁੱਲ੍ਹਾ ਰਿਹਾ। ਸੋ ਆਈ ਥਿੰਕ ਜਿਹੜਾ ਬੰਦਾ ਕਿਸੇ ਵੀ ਪ੍ਰੋਫੈਸ਼ਨ 'ਚ ਹਾਰਡ ਵਰਕ ਕਰ ਰਿਹਾ ਹੈ ਆਪਣੇ ਬੰਦਿਆਂ ਲਈ, ਤਾਂ ਸੈਲਰੀ ਪੈਨਸ਼ਨ ਤਾਂ ਉਹਨਾਂ ਦਾ ਰਾਈਟ ਹੈ। ਜਿਵੇਂ ਤੁਹਾਡੇ ਗ੍ਰੈਂਡਫਾਦਰ ਸੀਗੇ, ਕੈਪਟਨ ਦੇ ਬਹੁਤ ਕਲੋਜ਼ ਸੀ, ਉਹ ਨਜ਼ਦੀਕੀਆਂ ਦੂਰੀਆਂ 'ਚ ਕਿਉਂ ਬਦਲੀਆਂ? ਪ੍ਰੋਫੈਸ਼ਨਲ ਲੈਵਲ 'ਤੇ ਦੇਖੋ, ਪਰਸਨਲ ਉਹਨਾਂ ਦੀ ਲੜਾਈ ਤਾਂ ਕਦੇ ਵੀ ਨਹੀਂ ਰਹੀ ਕੈਪਟਨ ਸਾਹਿਬ ਨਾਲ, ਠੀਕ ਹੈ। ਪ੍ਰੋਫੈਸ਼ਨਲ ਲੈਵਲ 'ਤੇ ਕੋਈ ਵੀ ਕੋਲੀਗਸ ਹੁੰਦੇ ਹੈ, ਜੇ ਉਹਨਾਂ ਦੀ ਆਈਡੀਓਲੋਜੀਜ਼, ਉਹਨਾਂ ਦਾ ਥੋਟ ਪ੍ਰੋਸੈਸ ਨਹੀਂ ਮੈਚ ਕਰੂਗਾ। ਮੇਰੇ ਗ੍ਰੈਂਡਫਾਦਰ ਥੋੜ੍ਹੇ ਜਿਹੇ ਅਲੱਗ ਹਿਸਾਬ ਦੇ ਲੀਡਰ ਹੈ ਕਿ ਉਹਨਾਂ ਨੇ ਲੋਕਾਂ 'ਚ ਵਿਚਰਨਾ ਹੈ, ਉਹਨਾਂ ਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹੈ, ਉਹਨਾਂ ਨੇ ਨਹੀਂ ਕਰਨੀ ਕੋਈ ਉਹਨਾਂ ਨੇ ਸੱਚੀ ਪੋਲੀਟਿਕਸ, ਸੁੱਚੀ ਪੋਲੀਟਿਕਸ ਕਰਨੀ ਹੈ, ਠੀਕ ਹੈ। ਤਾਂ ਕਿਤੇ ਫਿਰ ਆਈ ਥਿੰਕ ਜਿੱਥੇ ਕੰਟੈਂਸ਼ਨ ਆ ਜਾਂਦੀ ਹੈ, ਅਤੇ ਇਸ ਕਰਕੇ ਮੇ ਬੀ ਕਹਿ ਲਓ ਕਿ ਸ਼ਾਇਦ ਬਰਦਾਸ਼ਤ ਨਹੀਂ ਹੁੰਦਾ ਦੂਸਰੀ ਪਾਰਟੀ ਤੋਂ। ਐਂਡ ਮੈਂ ਕੈਪਟਨ ਸਾਹਿਬ ਦੀ ਗੱਲ ਨਹੀਂ ਕਰ ਰਹੀ, ਮੈਂ ਵੈਸੇ ਕਹਿ ਰਹੀ ਹਾਂ ਕਿ ਜਦੋਂ ਕਿਸੇ ਨਾਲ ਕੰਟੈਂਸ਼ਨ ਆ ਜਾਂਦਾ ਹੈ, ਮੇ ਬੀ ਬਰਦਾਸ਼ਤ ਨਹੀਂ ਹੁੰਦਾ ਕਿ ਜੀ ਸਾਡੀ ਆਈਡੀਓਲੋਜੀ ਤੋਂ ਪਰੇ ਹੋ ਕੇ ਕਿਉਂ ਤੁਰ ਰਹੇ ਨੇ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇੰਨਾ ਕੁਛ ਦਿੱਤਾ, ਚੀਫ ਮਿਨਿਸਟਰ ਬਣਾਇਆ, ਪ੍ਰਧਾਨਗੀਆਂ ਦਿੱਤੀਆਂ, ਉਹਨਾਂ ਦੀ ਵਾਈਫ ਨੂੰ ਇੰਨਾ ਕੁਛ ਦਿੱਤਾ, ਤਾਂ ਫਿਰ ਕਿੱਥੇ ਗਈ ਉਹਨਾਂ ਦੀ ਲੋਇਲਟੀ? ਅਤੇ ਜੋ ਬੰਦਾ ਕਾਂਗਰਸ ਦੇ ਖਿਲਾਫ ਹੈ, ਮੇਰੇ ਘਰ 'ਚ ਹਰ ਇੱਕ ਬੰਦਾ ਉਸ ਬੰਦੇ ਦੇ ਖਿਲਾਫ ਹੈ। ਔਰ ਗ੍ਰੈਂਡਫਾਦਰ ਤੋਂ ਤਾਂ ਅਸੀਂ ਇਹ ਗੱਲ ਸਿੱਖੀ ਹੈ, ਉਹਨਾਂ ਦੀ ਤਾਂ ਲੋਇਲਟੀ ਇੱਕ ਮਿਸਾਲ ਹੈ ਪੰਜਾਬ ਪੋਲੀਟਿਕਸ ਦੇ ਵਿੱਚ। ਤੁਹਾਡੇ ਜਿਹੜੇ ਗ੍ਰੈਂਡਫਾਦਰ ਹੈ, ਕੈਪਟਨ ਦੀ ਹਮੇਸ਼ਾ ਪ੍ਰੇਜ਼ ਕਰਦੇ ਸੀ, ਬਹੁਤ ਉਹ ਪ੍ਰਸ਼ੰਸਾ ਕਰਦੇ ਹੋਏ ਆ। ਇੱਕ ਵਾਰੀ ਕੀ ਹੋਇਆ, ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਨਵਜੋਤ ਸਿੱਧੂ ਬਾਰੇ ਕੋਈ ਸਵਾਲ ਪੁੱਛਿਆ ਸੀ, ਅਤੇ ਉਹਨਾਂ ਨੇ ਜਵਾਬ ਦਿੱਤਾ ਮੇਰੇ ਨਾਲ ਕਿਸੇ ਚੱਜ ਦੇ ਬੰਦੇ ਦੀ ਗੱਲ ਕਰੋ। ਉਦੋਂ ਕਿ ਉਹ ਇੰਨੇ ਨੇੜੇ ਸੀ ਉਹਨਾਂ ਦੇ, ਅਤੇ ਹੁਣ ਇੱਕਦਮ ਹੀ ਇੱਦਾਂ ਚੱਲ ਗਏ। ਕੀ ਸੋਚਦੇ ਹੋ? ਦੇਖੋ, ਜਿੱਥੇ ਇੰਨਾ ਪਿਆਰ ਹੁੰਦਾ, ਨਵਜੋਤ ਜਿਹੜੇ ਆਪਣੇ ਹੈਗੇ ਪ੍ਰੈਜ਼ੀਡੈਂਟ ਸਾਹਿਬ, ਉਹਨਾਂ ਦੇ ਬਹੁਤ ਪਿਆਰ ਹੈ ਉਹਨਾਂ ਦਾ ਮੇਰੇ ਦਾਦਾ ਜੀ ਦੇ ਨਾਲ,
ਉਹ ਅਸੀਂ ਉਹਨਾਂ ਨੂੰ ਮਿਲੇ ਵੀ ਹਾਂ ਹੁਣੀ ਰੀਸੈਂਟਲੀ। ਤੇ ਮੇਰੇ ਦਾਦਾ ਜੀ ਤੇ ਉਹਨਾਂ ਦੇ ਫਾਦਰ ਪਹਿਲਾਂ ਤੋਂ ਜਾਣਦੇ ਇੱਕ ਦੂਸਰੇ ਨੂੰ, ਤੇ ਉਦੋਂ ਉਹ ਤਾਂ ਬਹੁਤ ਛੋਟੇ ਸੀ ਨਵਜੋਤ ਸਿੱਧੂ ਜੀ। ਤੇ ਜਿੱਥੇ ਇੰਨਾ ਪਿਆਰ ਹੁੰਦਾ ਆਈ ਥਿੰਕ ਕਿਤੇ 19 ਹੋ ਗਈ ਹੋਏਗੀ। ਆਈ ਐਮ ਨਾਟ ਅਵੇਅਰ ਕਿ ਇਹ ਉਹਨਾਂ ਨੇ ਕਿਸ ਕੌਨਟੈਕਸਟ 'ਚ ਗੱਲ ਕੀਤੀ ਹੋਏਗੀ ਜਾਂ ਕਦੋਂ ਗੱਲ ਕੀਤੀ ਹੋਏਗੀ, ਕਿਸ ਟਾਈਮ ਤੇ ਗੱਲ ਕੀਤੀ ਹੋਏਗੀ। ਮੇਬੀ ਉਸ ਟਾਈਮ ਉਹ ਟਾਈਮ ਐਸਾ ਚੱਲ ਰਿਹਾ ਹੋਏਗਾ, ਆਈ ਐਮ ਨਾਟ ਸ਼ੋਰ। ਬਟ ਅੱਜ ਦੀ ਡੇਟ 'ਚ ਬਹੁਤ ਪਿਆਰ ਹੈ ਆਪਸ 'ਚ, ਕੋਈ ਐਸੀ ਗੱਲ ਨਹੀਂ। ਉਸ ਡੇਟ 'ਚ ਕੈਪਟਨ ਨਾਲ ਸੀ, ਅੱਜ ਸਿੱਧੂ ਨਾਲ ਪਿਆਰ ਹੈ। ਕੈਪਟਨ ਅਗੇਂਸਟ ਹੋ ਗਿਆ ਨਾ ਜੀ ਸਾਡੀ ਪਾਰਟੀ ਦੇ। ਕੈਪਟਨ ਉਸ ਪਾਰਟੀ ਦੇ ਅਗੇਂਸਟ ਹੋ ਗਿਆ ਜਿਸ ਪਾਰਟੀ ਨੇ ਇੰਨੀ ਇੱਜ਼ਤਾਂ ਨਵਾਜ਼ੀਆਂ। ਤੇ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ, ਜਿਹੜਾ ਬੰਦਾ ਕਾਂਗਰਸ ਦੇ ਖਿਲਾਫ ਹੈ, ਮੇਰੇ ਦਾਦਾ ਜੀ ਉਸ ਬੰਦੇ ਦੇ ਖਿਲਾਫ ਹੈ। ਪਰ ਲੋਕ ਆਪਣਾ ਬਿਲੀਫ ਕਿਵੇਂ ਮੇਨਟੇਨ ਕਰਨ? ਉਹ ਇਸ ਕਰਕੇ ਉਹਨਾਂ ਨੇ ਕਾਂਗਰਸ 'ਚ ਬਿਲੀਵ ਕਰਨਾ ਹੈ। ਅਸੀਂ ਤਾਂ ਅੱਜ ਵੀ ਕਾਂਗਰਸ ਨਾਲ ਡਟ ਕੇ ਖੜੇ ਹਾਂ, ਠੀਕ ਹੈ। ਫਿਰ ਉਹ ਸਾਡੇ ਤੇ ਬਿਲੀਵ ਕਰਨ, ਕਿਉਂਕਿ ਲਾਇਲਟੀ ਸਾਡੀ ਦੇਖਣ। ਉਹ ਇਹ ਨਾ ਦੇਖਣ ਕਿ ਜੀ ਸਾਡੀ ਤਾਂ ਲਾਇਲਟੀ ਉਸ ਬੰਦੇ ਨਾਲ ਹੈ ਜਿਹੜਾ ਕਾਂਗਰਸ ਦੇ ਨਾਲ ਹੈ। ਮੈਂ ਬਾਰ-ਬਾਰ ਇਸ ਚੀਜ਼ ਤੇ ਆਈ ਕੈਨ ਨਾਟ ਐਮਫਸਾਈਜ਼ ਔਨ ਦਿਸ ਇਨਫ। ਉਹ ਇਸ ਚੀਜ਼ ਤੇ ਬਿਲੀਵ ਕਰਨ ਕਿ ਜਿਹੜਾ ਬੰਦਾ ਇੰਨੇ ਸਾਲ ਆਪਣਾ ਪੂਰਾ ਕਰੀਅਰ ਇੱਕੋ ਪਾਰਟੀ, ਇੱਕੋ ਕੰਸਟੀਟੂਐਂਸੀ, ਮੇਰੇ ਗ੍ਰੈਂਡਫਾਦਰ ਨੇ ਜਿੰਨੀਆਂ ਵੀ ਇਲੈਕਸ਼ਨਸ ਲੜੀਆਂ ਇੱਕੋ ਕੰਸਟੀਟੂਐਂਸੀ ਤੋਂ ਲੜੀਆਂ, ਠੀਕ ਹੈ। ਤਾਂ ਇਸ ਕਰਕੇ ਉਹਨਾਂ ਦੀ ਜਿਹੜੀ ਵਫਾਦਾਰੀ ਹੈ ਆਪਣੇ ਲੋਕਾਂ ਨਾਲ, ਆਪਣੀ ਪਾਰਟੀ ਨਾਲ, ਉਹ ਇਸ ਤੇ ਬਿਲੀਵ ਕਰਨ। ਕਦੇ ਫੀਲ ਹੁੰਦਾ ਹੈ ਈਵਨ ਦੋ ਤੁਹਾਡੇ ਗ੍ਰੈਂਡਫਾਦਰ, ਤੁਹਾਡੇ ਫਾਦਰ ਜਿਵੇਂ ਤੁਸੀਂ ਦੱਸਦੇ ਹੋ ਬਹੁਤ ਲਾਇਲ ਰਹੇ ਹੈ, ਪਰ ਫਿਰ ਵੀ ਇਹ ਸਿਆਸਤ ਇਹੋ ਜਿਹੀ ਚੀਜ਼ ਹੈ, ਚਿੱਕੜ ਵੀ ਉੱਠਦਾ, ਕੋਈ ਚੰਗੀਆਂ ਗੱਲਾਂ ਕਰਦਾ, ਕੋਈ ਮਾੜੀਆਂ ਗੱਲਾਂ ਕਰਦਾ, ਜੋ ਤੁਸੀਂ ਜਾਣਦੇ ਹੋ ਜਾਂ ਮਾੜੀ ਕੋਈ ਗੱਲ ਸੁਣਦੇ ਹੋ, ਉਦੋਂ ਕਿਵੇਂ ਫੀਲ ਹੁੰਦਾ? ਕੋਈ ਇੰਸਟੈਂਸ ਸ਼ੇਅਰ ਕਰੋ ਸਾਡੇ ਨਾਲ। ਐਸਾ ਕੋਈ ਇੰਸਟੈਂਸ ਹੈ ਨਹੀਂ। ਕਾਂਗਰਸ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਕਾਂਗਰਸ ਨੇ ਮੇਰੇ ਗ੍ਰੈਂਡਫਾਦਰ ਦੇ ਟਾਈਮ ਤੋਂ ਆਈ ਹੈਵ ਗਰੋਨ ਅਪ ਇਨ ਕਾਂਗਰਸ। ਅਤੇ ਸਾਡੇ ਤਾਂ ਬਲੱਡ 'ਚ ਕਾਂਗਰਸ ਹੈ, ਮੇਰੇ ਦਾਦਾ ਜੀ ਕਹਿੰਦੇ ਹੈ। ਐਂਡ ਅਸੀਂ ਇਹ ਮੰਨਦੇ ਹਾਂ ਉਹਨਾਂ ਦੀ ਗੱਲ ਨੂੰ ਕਿ ਸਾਡੇ ਐਕਚੁਅਲੀ DNA 'ਚ ਕਾਂਗਰਸ ਹੈ। ਤਾਂ ਸਾਨੂੰ ਇੱਦਾਂ ਦੀ ਕੋਈ ਕਦੀ ਗੱਲ ਨਹੀਂ ਲੱਗੀ ਕਿ ਇਹ ਸਾਡਾ ਕੋਈ ਸ਼ਿਕਵਾ ਹੈ ਪਾਰਟੀ ਨਾਲ ਜਾਂ ਕੁਛ ਵੀ। ਐਂਡ ਹੋਊਗਾ ਵੀ ਤਾਂ ਉਹ ਕੋਈ ਸੁਣਾਈ ਨਹੀਂ ਹੋਣੀ ਉੱਥੇ ਦਾਦਾ ਜੀ ਕੋਲ ਜਾਂ ਜੋ ਵੀ, ਬਟ ਹੈ ਨਹੀਂ। ਦੇਰ ਇਜ਼ ਨੋ ਗ੍ਰੀਵੈਂਸਿਸ, ਕੁਛ ਨਹੀਂ ਹੈ ਸਾਡਾ ਕਾਂਗਰਸ ਦੇ ਖਿਲਾਫ। ਘਰ ਟਾਈਮ ਸਪੈਂਡ ਕਰਦੇ ਆ, ਡੈਡ ਨਾਲ ਟਾਈਮ ਮਿਲਦਾ ਹੈ, ਦਾਦਾ ਜੀ ਨਾਲ ਟਾਈਮ ਮਿਲਦਾ? ਹਾਂਜੀ ਮਿਲ ਜਾਂਦਾ ਹੈ ਕਦੇ ਕਦੇ। ਪਿਛਲੇ 5 ਸਾਲਾਂ 'ਚ ਤਾਂ ਡੈਡ ਨੇ ਕਾਫੀ ਬਹੁਤ ਬਿਜ਼ੀ ਰਹੇ ਹੈ, ਉਸ ਜ਼ਮਾਨੇ 'ਚ ਲੋਕਾਂ 'ਚ ਵਿਚਰੇ ਹੈ। ਇਨਫੈਕਟ ਝਗੜੇ ਵੀ ਹੋਏ ਹੈ, ਲੜਾਈਆਂ ਵੀ ਹੋਈਆਂ, ਮਦਰ ਨਾਲ ਵੀ ਹੋਈਆਂ, ਕਿਉਂਕਿ ਮੇਰੇ ਫਾਦਰ ਅਤੇ ਮਦਰ ਦੋਨੋਂ ਇਕੱਠੇ ਹੀ ਵਿਚਰੇ ਹੈ ਲੋਕਾਂ 'ਚ ਇੱਥੇ ਪਿਛਲੇ 5 ਸਾਲਾਂ 'ਚ। ਜਿੰਨੇ ਮੇਰੇ ਫਾਦਰ ਆਉਂਦੇ ਆ ਉਨੇ ਹੀ ਮੇਰੇ ਮਦਰ ਆਉਂਦੇ ਹੈ। ਅਤੇ ਇਹ ਸ਼ਿਕਾਇਤ ਮੇਰੀ ਉਹਨਾਂ ਨਾਲ ਜ਼ਰੂਰ ਰਹੀ ਹੈ ਕਿ ਉਹਨਾਂ ਨੇ ਸਾਡਾ ਟਾਈਮ ਲੈ ਕੇ ਇੱਥੇ ਲੋਕਾਂ ਨੂੰ ਦਿੱਤਾ ਹੈ ਟਾਈਮ। ਬਟ ਹੁਣ ਜਦੋਂ ਅਸੀਂ ਆਏ ਹਾਂ ਉਹ ਸਾਨੂੰ ਉਹਦਾ ਰਿਜ਼ਲਟ ਦਿਖ ਰਿਹਾ ਕਿ ਬਹੁਤ ਪਿਆਰ ਮਿਲ ਰਿਹਾ ਸਾਰਿਆਂ ਤੋਂ। ਕੀ ਮਿਸ ਕਰਦੇ ਹੋ ਸਭ ਤੋਂ ਜ਼ਿਆਦਾ? ਮੇਰੇ ਫਾਦਰ ਐਕਚੁਅਲੀ ਇੱਕ ਟਾਈਮ ਹੁੰਦਾ ਸੀ ਕਿ ਜਦੋਂ ਨਾ ਟਰੈਵਲ ਦਾ ਉਹਨਾਂ ਨੂੰ ਸ਼ੌਂਕ ਹੈ ਅਤੇ ਅਸੀਂ ਚਲੇ ਜਾਂਦੇ ਹੁੰਦੇ ਸੀ ਉਹਨਾਂ ਨਾਲ, ਅਤੇ ਹੁਣ ਉਹਨਾਂ ਕੋਲ ਟਾਈਮ ਨਹੀਂ ਹੈ। ਸੋ ਵੀ ਮਿਸ ਐਕਚੁਅਲੀ ਸਾਰੇ ਲਾਈਕ ਮੈਂ, ਮੇਰੇ ਬ੍ਰਦਰ, ਅਸੀਂ ਮਿਸ ਕਰਦੇ ਹਾਂ ਉਹਨਾਂ ਨਾਲ ਫੈਮਿਲੀ ਟਾਈਮ। ਬਟ ਇਹ ਵੀ ਜ਼ਰੂਰੀ ਹੈ ਜੀ। ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਮੈਨੂੰ ਇੰਨੀ ਇੱਜ਼ਤ ਦਿੱਤੀ ਹੈ, ਮੈਨੂੰ ਇੰਨਾ ਪਿਆਰ ਦਿੱਤਾ, ਮੈਂ ਉਹਨੂੰ ਥੱਲੇ ਨਹੀਂ ਲੱਗਣ ਦੇ ਸਕਦਾ। ਸੋ ਤੁਸੀਂ ਵੀ ਐਸੇ ਲਾਈਨ 'ਚ ਆਉਣਾ ਹੈ ਜਾਂ ਕੁਛ ਹੋਰ ਸੋਚਿਆ ਹੋਇਆ? ਨਹੀਂ, ਮੈਂ ਇਸ ਲਾਈਨ 'ਚ ਤਾਂ ਓਫੀਸ਼ੀਅਲੀ ਤਾਂ ਕਦੇ ਵੀ ਨਹੀਂ। ਬਟ ਮੈਂ ਆਪਣੇ ਫਾਦਰ ਦੀ ਸਪੋਰਟ 'ਚ ਹਮੇਸ਼ਾ ਖੜੀ ਹਾਂ, ਆਪਣੇ ਦਾਦਾ ਜੀ ਦੇ ਸਪੋਰਟ 'ਚ। ਜਿੱਥੇ ਉਹਨਾਂ ਨੂੰ ਮੇਰੀ ਲੋੜ ਹੈ ਮੈਂ ਉਹਨਾਂ ਨਾਲ ਕਦੇ ਵੀ ਕਿਉਂ ਨਹੀਂ? ਬਿਕੋਜ਼ ਇੱਕ ਤਾਂ ਮੈਂ ਆਪਣਾ ਆਲਰੇਡੀ ਮੇਰੀ ਕੰਪਨੀ ਹੈਗੀ ਹੈ ਮੋਹਾਲੀ, ਆਮ ਆਲਰੇਡੀ ਰਨਿੰਗ ਅ ਬਿਜ਼ਨਸ ਉੱਥੇ, ਅਤੇ ਉਹਨੂੰ ਟਾਈਮ ਦੇਣਾ ਇਨਫੈਕਟ ਅੱਜ ਕੱਲ੍ਹ ਟਾਈਮ ਨਹੀਂ ਲੱਗ ਰਿਹਾ ਉਹਦੇ ਲਈ। ਸੋ ਇਸ ਕਰਕੇ ਇਹ ਵੀ ਰੀਜ਼ਨ ਹੈ। ਕੁਛ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਡੈਡ ਜਾਂ ਦਾਦਾ ਜੀ ਨੇ ਤਾਂ ਨਹੀਂ ਕਿਹਾ ਕਿ ਇੱਧਰ ਨਾ ਹੀ ਬੇਟਾ? ਉਹ ਤਾਂ ਕਈ ਵਾਰੀ ਕਹਿ ਦਿੰਦੇ ਆ ਕਿ ਮਨ ਹੈ, ਪੁੱਛ ਲੈਂਦੇ ਆ। ਬਟ ਇੱਕ ਇਹ ਵੀ ਉਹਨਾਂ ਦੀ ਹੈ ਕਿ ਇਸ ਤੋਂ ਪਰੇ ਹਟ ਕੇ ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾਓ, ਕਿ ਕਦੇ ਵੀ ਇਹ ਨਹੀਂ ਸੋਚੋ ਕਿ ਇਹ ਲਾਈਕ ਤੁਹਾਡੇ ਲਈ ਹੈ, ਕਿ ਇਹ ਤੁਹਾਡਾ ਕੋਈ ਪਲਾਨ B ਹੈ ਜਾਂ ਪਲਾਨ C ਹੈ। ਇੱਦਾਂ ਉਹਨਾਂ ਨੇ ਕਦੇ ਵੀ ਸਾਨੂੰ, ਈਵਨ ਫॉर ਮਾਈ ਬ੍ਰਦਰ, ਅਸੀਂ ਜਦੋਂ ਤੋਂ ਛੋਟੇ ਹਾਂ ਕਦੇ ਵੀ ਸਾਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਕਿ ਇਹ ਲਾਈਕ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਜਾਂ ਤੁਸੀਂ ਇਹ ਕਰਨਾ ਹੀ ਕਰਨਾ ਹੈ। ਸਾਡੇ ਕੋਲ ਹਮੇਸ਼ਾ ਫਰੀਡਮ ਆਫ ਚੋਇਸ ਰਹੀ ਹੈ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਆਪ ਲਈ ਉਹ ਤੁਸੀਂ ਕਰੋ, ਔਰ ਉਹ ਅਸੀਂ ਕਰ ਰਹੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਹਲੇ ਕੋਈ ਦੇਰ ਇਜ਼ ਨੋ ਸਕੋਪ, ਐਟਲੀਸਟ ਫॉर ਮੀ। ਜਿਵੇਂ ਤੁਸੀਂ ਯੂਥ ਹੋ ਹੈ ਨਾ, ਤਾਂ ਜਿਵੇਂ ਕਾਂਗਰਸ ਵਿੱਚ ਬਹੁਤ ਜ਼ਿਆਦਾ ਧੜੇਬਾਜ਼ੀਆਂ ਹੋ ਰਹੀਆਂ ਅਤੇ ਇੱਕ ਦੂਜੇ 'ਤੇ ਬਹੁਤ ਜ਼ਿਆਦਾ ਇਲਜ਼ਾਮ ਲੱਗ ਰਹੇ ਆ, ਕਈ ਇਹੋ ਜਿਹੇ ਵਰਡਸ ਯੂਜ਼ ਕੀਤੇ ਜਾਂਦੇ ਆ ਜੋ ਕਿ ਹੈ ਨਾ ਕਰਨੇ ਨਹੀਂ ਚਾਹੀਦੇ। ਕੀ ਸੋਚਦੇ ਹੋ ਉਹ ਕਿੱਦਾਂ ਦਾ ਇੰਪੈਕਟ ਪਾਉਂਦੇ ਆ ਦੂਸਰੇ 'ਤੇ? ਸੋਚ ਇੱਕ ਅਲੱਗ ਗੱਲ ਹੈ, ਬਟ ਮੈਂ ਤਾਂ ਅਪੀਲ ਇਹੀ ਕਰੂੰਗੀ ਕਿ ਜਿਹੜੀ ਚੀਜ਼ ਪਿਆਰ ਨਾਲ ਸੁਲਝਾ ਸਕਦੇ ਹੋ, ਬੈਠ ਕੇ ਗੱਲ ਕਰਕੇ ਜਾਂ ਜੋ ਵੀ ਉੱਦਾਂ ਕਰ ਲਓ। ਬਲੇਮ ਗੇਮ ਜ਼ਿਆਦਾ ਚੱਲ ਪਈ। ਬਲੇਮ ਗੇਮ 'ਚ ਨਾ ਪਾਓ।
ਉਹਦਾ ਕੋਈ ਫਾਇਦਾ ਨਹੀਂ, ਕੋਈ ਪੁਆਇੰਟਿੰਗ ਫਿੰਗਰਸ ਐਟ ਈਚ ਅਦਰ ਇਜ਼ ਗੋਇੰਗ ਟੂ ਗੈਟ ਐਂਡ ਨੋਬਡੀ ਨੋਵੇਅਰ ਬੇਸਿਕਲੀ। ਕੀ ਲੱਗਦਾ ਹੈ ਕੋਈ ਇੰਨੀ ਚੰਗੀ ਪੋਜੀਸ਼ਨ ਤੇ ਹੈ ਤੇ ਵਰਡਸ ਇਦਾਂ ਦੇ ਯੂਜ਼ ਕੀਤੇ ਜਾਂਦੇ ਆ ਕਿ ਹਾਂ ਅਸੀਂ ਕਿਸੇ ਹੋਰ ਲੈਵਲ ਤੇ ਉਸ ਲੈਵਲ ਤੇ ਬੰਦਿਆਂ ਤੋਂ ਆ ਚੀਜ਼ਾਂ ਐਕਸਪੈਕਟ ਨਹੀਂ ਕਰਦੇ, ਬੀਇੰਗ ਐਨ ਆਡੀਅנס ਬੰਦਾ ਨਹੀਂ ਕਰਦਾ, ਤਾਂ ਤੁਹਾਨੂੰ ਕੀ ਲੱਗਦਾ? ਨਹੀਂ ਕਰਨੀਆਂ ਚਾਹੀਦੀਆਂ, ਉਹ ਲੈਂਗੁਏਜ ਨਹੀਂ ਯੂਜ਼ ਕਰਨੀ ਚਾਹੀਦੀ, ਉਹ ਤਰੀਕਾ ਮੇਰੇ ਹਿਸਾਬ ਨਾਲ ਗਲਤ ਹੈ। ਜੇ ਆਈ ਡੋਂਟ ਨੋ ਤੁਸੀਂ ਕਿਸ ਕੰਟੈਕਸਟ 'ਚ ਕਹਿ ਰਹੇ ਹੋ ਜਾਂ ਕਿੰਨਾ ਬਾਰੇ ਗੱਲ ਕਰ ਰਹੇ ਹੋ, ਕੋਈ ਐਗਜ਼ਾਮਪਲ ਹੈ ਤੁਹਾਡੇ ਦਿਮਾਗ 'ਚ, ਬਟ ਮੈਂ ਇਹ ਕਹੂੰਗੀ ਕਿ ਮੇਰੇ ਹਿਸਾਬ ਨਾਲ ਤਾਂ ਨਹੀਂ ਕਰਨੀ ਚਾਹੀਦੀ, ਬਿਲਕੁਲ ਨਹੀਂ ਕਰਨੀ ਚਾਹੀਦੀ। ਔਰ ਇਹ ਪ੍ਰੋਫੈਸ਼ਨ ਹੀ ਐਸਾ ਹੈ, ਪਿਆਰ ਨਾਲ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਹੋ, ਸੋ ਕਿਉਂ ਨਹੀਂ। ਇਨਫੈਕਟ ਮੈਂ ਤਾਂ ਇਹ ਕਹੂੰਗੀ, ਮੈਂ ਤਾਂ ਐਗਜ਼ਾਮਪਲ ਦੇਖਿਆ ਮੇਰੇ ਫਾਦਰ ਦਾ, ਉਹ ਪਿਆਰ ਨਾਲ, ਉਹਨਾਂ ਦੀ ਐਕਚੁਅਲੀ ਸ਼ਰਾਫਤ ਦੀ ਘਰ ਘਰ 'ਚ ਚਰਚਾ ਹੈ। ਸਾਰੇ ਕਹਿੰਦੇ ਕਿ ਇੰਨੇ ਕਾਮਲੀ ਗੱਲ ਕਰਦੇ ਹੈ, ਉਹਨਾਂ ਦੀ ਵੋਲਿਊਮ। ਇਨਫੈਕਟ ਸਾਡੇ ਇੱਥੇ ਪਿੱਛੇ ਰੈਲੀ ਸੀ, ਚੀਫ ਮਿਨਿਸਟਰ ਸਾਹਿਬ ਆਏ ਸੀ, ਅਤੇ ਉਹ ਵੀ ਕਹਿ ਗਏ ਇਨਫੈਕਟ ਸਪੀਚ ਦੇ ਵਿੱਚ ਕਿ ਮੈਂ ਸਰਦਾਰ ਲਾਲ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਕਿ ਇੰਨਾ ਸ਼ਰੀਫ ਮੁੰਡਾ ਜੰਮਿਆ ਕਿਵੇਂ, ਕਿ ਮੈਂ ਹੈਰਾਨ ਹਾਂ ਕਿ ਲੀਡਰਾਂ ਦੇ ਮੁੰਡੇ ਤਾਂ ਮਤਲਬ ਹੋ ਜਾਂਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ, ਬਟ ਉਹੀ ਹੈ, ਫਿਰ ਉਹਨਾਂ ਨੇ ਪਿਆਰ ਦਿੱਤਾ ਤਾਂ ਲੋਕ ਵਾਪਸ। ਪੋਲਿਟਿਕਸ ਲਈ ਨਹੀਂ ਬਣੇ ਇੰਨੇ ਸ਼ਰੀਫ ਹੈ ਤਾਂ ਮੈਨੂੰ ਲੱਗਦਾ ਪੋਲਿਟਿਕਸ ਜੇ ਸ਼ਰਾਫਤ ਨਾਲ ਹੀ ਕਾਮਯਾਬ ਹੈ ਬੰਦਾ। ਇਹ ਐਕਚੁਅਲੀ ਪੋਲਿਟਿਕਸ ਦੀ ਨਾ ਇੱਕ ਬੜੀ ਨੈਗੇਟਿਵ ਕੋਨੋਟੇਸ਼ਨ ਹੈ, ਜਦੋਂ ਬੰਦਾ ਵਰਡ ਪੋਲਿਟਿਕਸ ਬੋਲਦਾ ਹੈ ਬੰਦੇ ਦੇ ਦਿਮਾਗ 'ਚ ਨੈਗੇਟਿਵ ਚੀਜ਼ਾਂ ਆਉਂਦੀਆਂ। ਪਰ ਮੈਂ ਜਿਹੜੇ ਆ ਲੀਡਰਸ ਦੇਖਦੀ ਹਾਂ ਆਪਣੇ ਘਰ ਦੇ ਵਿੱਚ, ਉਹ ਐਕਚੁਅਲੀ ਦੇ ਮੇਕ ਮੀ ਫੀਲ ਅਦਰਵਾਈਜ਼, ਦੇ ਗਿਵ ਮੀ ਹੋਪ ਮਿਲਦੀ ਹੈ ਐਸੇ ਲੀਡਰਸ ਨਾਲ ਕਿ ਇਹ ਜਿਹੇ ਵੀ ਹੈਗੇ ਹੈ ਜਿਨ੍ਹਾਂ ਨੇ ਪਿਆਰ ਨਾਲ, ਬੜੇ ਸੁਲਝੇ ਤਰੀਕੇ ਨਾਲ, ਬੜੇ ਸੱਚੇ ਸੁੱਚੇ ਤਰੀਕੇ ਨਾਲ ਆਪਦੀ ਪੋਲਿਟਿਕਸ ਕਰਨੀ ਹੈ। ਉਹਨਾਂ ਨੇ ਕੋਈ ਕਿਸੇ ਨੂੰ ਓਏ ਕਰਕੇ ਵੀ ਨਹੀਂ ਬੋਲਣਾ। ਕੀ ਲੱਗਦਾ ਹੈ ਕਾਂਗਰਸ ਆਊਗੀ ਇਸ ਵਾਰੀ? ਬਿਲਕੁਲ ਆਏਗੀ, 100% ਆਏਗੀ। ਅਤੇ ਕਿਉਂਕਿ ਉਹ ਇਸ ਕਰਕੇ ਕਿ ਕਾਂਗਰਸ ਨੇ ਕੰਮ ਬਹੁਤ ਕੀਤਾ, ਔਰ ਜਿਹੜਾ ਅਸੀਂ ਬਦਲਾਵ ਲੈ ਕੇ ਆਏ ਹਾਂ ਕਿ ਚੀਫ ਮਿਨਿਸਟਰ ਸਾਹਿਬ ਜਿਹੜੇ ਸਾਡੇ ਨੇ ਚਰਨਜੀਤ ਸਿੰਘ ਜੀ ਚੰਨੀ, ਉਹ ਦਿਨ ਰਾਤ ਲੱਗੇ ਹੋਏ ਹੈ। ਪਰ ਸਿਰਫ 111 ਦਿਨਾਂ ਦਾ ਹਿਸਾਬ ਹੈ, ਬਾਕੀ ਪੂਰੇ 5 ਸਾਲ ਦੀ ਆਪਾਂ ਗੱਲ ਕਰੀਏ। ਕਹਿ ਰਹੀ ਹਾਂ ਕਿ 111 ਦਿਨਾਂ ਦੇ ਵਿੱਚ ਮਤਲਬ ਉਹਨਾਂ ਨੇ ਕਾਇਆ ਪਲਟ ਕਰਤੀ। ਪਰ ਲੋਕਾਂ ਨਾਲ ਧੋਖਾ ਨਹੀਂ ਹੋਇਆ ਇਹ? ਦੇਖੋ ਕਿਤੇ ਨਾ ਕਿਤੇ ਧੋਖਾ ਤਾਂ ਫਿਰ ਸਾਡੇ ਨਾਲ ਵੀ ਹੋਇਆ ਨਾ, ਲਾਈਕ ਵੀ ਹੈਵ ਟੂ ਟੇਕ ਇਨ ਟੂ ਅਕਾਊਂਟ। ਤੁਸੀਂ ਇਹ ਦੇਖੋ, ਜੇ ਕਾਂਗਰਸ ਪਾਰਟੀ ਨੂੰ ਇੱਕ ਚੀਜ਼ ਨਹੀਂ ਠੀਕ ਸੀ ਹੁੰਦੀ ਲੱਗ ਰਹੀ ਕਿ ਇਹ ਠੀਕ ਨਹੀਂ ਹੈ ਕਾਂਗਰਸ ਪਾਰਟੀ ਵਾਸਤੇ, ਉਹਨਾਂ ਨੇ ਉਹਨੂੰ ਬਦਲਣ 'ਚ ਕੋਈ ਹੈਜ਼ੀਟੇਸ਼ਨ ਨਹੀਂ ਦਿਖਾਈ। ਹਾਲਾਂਕਿ ਇਟਸ ਅ ਬਿਗ ਡਿਸੀਜਨ ਜੋ ਡਿਸੀਜਨ ਲਿੱਤਾ ਗਿਆ, ਬਟ ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਪਾਰਟੀ ਲਈ ਠੀਕ ਹੈ ਤਾਂ ਅਸੀਂ ਇਹ ਕਰਾਂਗੇ। ਐਂਡ ਉਹ ਆਈ ਥਿੰਕ ਬਿਲਕੁਲ ਠੀਕ ਰਿਹਾ। 100 ਡੇਜ਼, ਇੱਕ ਦਿਨ ਲਈ ਇੱਕ ਕੰਮ, ਮਤਲਬ ਉਹ ਲੱਗੇ ਹੋਏ ਹੈ ਐਵਰੀ ਡੇ ਇਨ ਐਂਡ ਡੇ ਆਊਟ, ਅਰਾਊਂਡ ਦ ਕਲੌਕ ਕੰਮ ਕਰ ਰਹੇ ਹੈ। ਐਂਡ ਲੋਕੀ ਬਹੁਤ ਖੁਸ਼ ਨੇ ਉਹਨਾਂ ਨਾਲ। ਉਹੀ ਜਿਹੜੀ ਮੈਂ ਤੁਹਾਨੂੰ ਅੱਗੇ ਦੱਸ ਰਹੀ ਹਾਂ ਲੀਡਰਸ ਦੀ ਗੱਲ, ਉਹਨਾਂ ਨੇ ਕਿੰਨੇ ਸੁਲਝੇ ਹੋਏ ਤਰੀਕੇ ਨਾਲ ਗੱਲ ਕਰਦੇ ਹੈ, ਕਿੰਨੇ ਪਿਆਰ ਨਾਲ ਗੱਲ ਕਰਦੇ ਹੈ, ਔਰ ਹਮੇਸ਼ਾ ਅਵੇਲੇਬਲ ਹੈ ਆਪਣੇ ਬੰਦਿਆਂ ਵਾਸਤੇ। ਜੇ ਕਹੀਏ ਆਪਾਂ ਯੂਥ ਲਈ ਜਿਹੜੀਆਂ ਚੀਜ਼ਾਂ ਆਉਣ ਵਾਲੇ ਟਾਈਮ 'ਚ ਹੋਣੀਆਂ ਚਾਹੀਦੀਆਂ, ਜੋ ਆਲਰੇਡੀ ਕਹਿ ਰਹੇ ਆ ਕਿ ਆਹ ਚੀਜ਼ਾਂ ਤਾਂ ਅਸੀਂ ਕੀਤੀਆਂ, ਪਰ ਇਨ ਐਡੀਸ਼ਨ ਟੂ ਦੈਟ ਹੋਰ ਕੀ ਚਾਹੀਦਾ? ਯੂਥ ਲਈ ਤਾਂ ਹਮੇਸ਼ਾ ਜੀ ਮੇਰੇ ਦਿਮਾਗ 'ਚ ਤਾਂ ਇੱਕੋ ਗੱਲ ਆਉਂਦੀ ਹੈ, ਐਡੂਕੇਸ਼ਨ। ਠੀਕ ਹੈ, ਐਡੂਕੇਸ਼ਨ 'ਚ ਵਾਧਾ ਆਉਣੀ ਚਾਹੀਦੀ ਹੈ, ਜੋ ਆਲਰੇਡੀ ਕਰ ਵੀ ਰਹੇ ਹਾਂ, ਬਟ ਮੇਰਾ ਖਿਆਲ ਹਲੇ ਹੋਰ ਸਕੋਪ ਹੈ, ਅਤੇ ਉਹ ਵੀ ਉਹਨੂੰ ਆਪਾਂ ਇਨਹੈਂਸ ਕਰ ਸਕਦੇ ਹਾਂ। ਅਤੇ ਆਪਣਾ ਕੀ ਕਹਿੰਦੇ ਹੈ, ਐਡੂਕੇਸ਼ਨ ਲੇਡੀਜ਼ ਲਈ ਵੀ ਆਈ ਵੁੱਡ ਸੇ ਕਿ ਹੁਣ ਐਡੂਕੇਸ਼ਨ, ਇਕੁਆਲਿਟੀ, ਮਤਲਬ ਤੁਸੀਂ ਕਰੋ, ਮਤਲਬ ਐਸੀ ਸੋਚ ਰੱਖੋ। ਮੈਂ ਤਾਂ ਹਰ ਮੇਲ ਮੈਂਬਰ ਨੂੰ ਇਹੀ ਕਰਦੀ ਹਾਂ। ਵੈਸੇ ਹੁਣ ਤਾਂ ਬਹੁਤ ਬਦਲਾਵ ਆ ਗਿਆ ਮੇਰੇ ਹਿਸਾਬ ਨਾਲ, ਲਾਈਕ ਮੈਨੂੰ ਕਿਸੇ ਵੀ ਘਰ 'ਚ ਇੱਦਾਂ ਨਹੀਂ ਲੱਗਦਾ ਕਿ ਉੱਥੇ ਇੱਦਾਂ ਦੀ ਕੋਈ ਮੈਨੂੰ ਗੱਲ ਮਹਿਸੂਸ ਹੁੰਦੀ ਹੈ ਕਿ ਜੀ ਅਸੀਂ ਆਪਣੀ ਲੇਡੀ ਨੂੰ ਕੰਮ ਨਹੀਂ ਕਰਨ ਦੇਣਾ। ਸੋ ਆਈ ਫੀਲ ਕਿ ਕਾਫੀ ਬਦਲਾਵ ਆ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਆਈ ਥਿੰਕ ਸੋਚ 'ਚ ਬਦਲਾਵ ਆਉਣ। ਤਾਂ ਇਹ ਸੀ ਸਾਡੇ ਨਾਲ ਰੁਕਮਨ ਸਿੰਘ, ਜਿਨ੍ਹਾਂ ਨੇ ਬਹੁਤ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈ। ਦੱਸਿਆ ਕਿ ਕਾਂਗਰਸ ਨੇ ਅੱਜ ਤੱਕ ਕੀ ਕੀਤਾ ਹੈ, ਇਹਨਾਂ ਦੇ ਫਾਦਰ, ਇਹਨਾਂ ਦੇ ਗ੍ਰੈਂਡਫਾਦਰ ਕਿੰਨਾ ਪੋਲਾਈਟਲੀ ਪੋਲੀਟਿਕਸ ਵਿੱਚ ਰਹੇ ਅਤੇ ਕਿਵੇਂ ਹੋਰ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਕਿਵੇਂ ਸਰਵ ਕਰਨਾ ਚਾਹੁੰਦੇ ਆ। ਫਿਰ ਮਿਲਾਂਗੇ। ਕੈਮਰਾਮੈਨ ਗੁਰਸਿਮਰਨ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।